ਡੈਪੂਟੇਸ਼ਨ ਦੀ ਇੱਛਾ ਦੇ ਵਿਚਾਲੇ ਡੀਜੀਪੀ ਵੀਕੇ ਪਵਰਾ ਨੇ 2 ਮਹੀਨਿਆਂ ਦੀ ਛੁੱਟੀ ਦੇ ਲਈ ਪਾਈ ਅਰਜ਼ੀ। ਇਸ ਤੋਂ ਪਹਿਲਾਂ ਚਿੱਠੀ ਲਿਖ ਕੇ ਜਤਾਈ ਸੀ ਡੈਪੂਟੇਸ਼ਨ ਤੇ ਜਾਣ ਦੀ ਇੱਛਾ। 5 ਜੁਲਾਈ ਤੋਂ ਛੁੱਟੀ ਤੇ ਜਾ ਸਕਦੇ ਨੇ ਵੀਕੇ ਪਵਰਾ। ਪੰਜਾਬੀਆਂ ਦੇ ਲਈ ਖੁਸ਼ਖਬਰੀ ਲੈ ਕੇ ਆਈ 1 ਜੁਲਾਈ। ਸੀਐਮ ਮਾਨ ਨੇ 300 ਯੂਨਿਟ ਬਿਜਲੀ ਮੁਆਫੀ ਦੇ ਨਾਲ 31 ਦਸੰਬਰ 2021 ਤੱਕ ਦਾ ਬਕਾਇਆ ਵੀ ਮਾਫ ਕਰਨ ਦਾ ਕੀਤਾ ਐਲਾਨ। ਹਰ ਵਰਗ ਅਤੇ ਹਰ ਕਿਲੋਵਾਟ ਦੇ ਬਿੱਲਾਂ ਦੇ ਉੱਤੇ ਵੱਜੇਗੀ ਲਕੀਰ। ਰਾਸ਼ਟਰਪਤੀ ਚੋਣਾਂ ਦੇ ਵਿੱਚ ਐਨਡੀਏ ਦੇ ਨਾਲ ਅਕਾਲੀ ਦਲ ਸੁਖਬੀਰ ਬਾਦਲ ਨੇ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕਰਕੇ ਸਮਰਥਨ ਦੇਣ ਦਾ ਕੀਤਾ ਐਲਾਨ। ਕਿਹਾ ਬੀਜੇਪੀ ਨਾਲ ਮਤਭੇਦ ਪਰ ਪਛੜੀਆਂ ਜਾਤੀਆਂ ਦੇ ਨਾਲ ਪਾਰਟੀ ਹਮੇਸ਼ਾ ਖੜੀ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਬੀਜੇਪੀ ਦੇ ਵਿੱਚ ਹੋਵੇਗਾ ਰਲੇਵਾਂ। ਇਸੇ ਮਹੀਨੇ ਹੀ ਬੀਜੇਪੀ 'ਚ ਮਰਜ ਹੋ ਸਕਦੀ ਹੈ ਪੰਜਾਬ ਲੋਕ ਕਾਂਗਰਸ। ਕੈਪਟਨ ਦੇ ਵਿਦੇਸ਼ ਤੋਂ ਪਰਤਣ ਤੇ ਲਿਆ ਜਾ ਸਕਦਾ ਹੈ ਫੈਸਲਾ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲੀ ਧਮਕੀ। ਮੋਹਾਲੀ ਵਾਲੇ ਘਰ ਆਈ ਚਿੱਠੀ। ਮੰਤਰੀ ਨੇ ਡੀਜੀਪੀ ਨੂੰ ਦਿੱਤੀ ਸ਼ਿਕਾਇਤ। ਪੁਲਿਸ ਖੰਗਾਲ ਰਹੀ ਸੀਸੀਟੀਵੀ। ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਨਹੀਂ ਬਣੀ ਕਮੇਟੀ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੀ ਦਲੀਲ। ਕਿਸਾਨਾਂ ਦੇ ਵੱਲੋਂ ਹਜੇ ਤੱਕ ਨਹੀਂ ਆਇਆ ਕੋਈ ਨਾਮ। ਕਮੇਟੀ ਗਠਿਤ ਹੋਣ ਦਾ ਕੀਤਾ ਜਾ ਰਿਹਾ ਹੈ ਇੰਤਜ਼ਾਰ। ਸਾਬਕਾ ਸੀਐਮ ਚੰਨੀ ਦੇ ਭਾਣਜੇ ਨੂੰ ਹਾਈ ਕੋਰਟ ਤੋਂ ਰਾਹਤ। ਭੁਪਿੰਦਰ ਹਨੀ ਦੀ ਰੈਗੂਲਰ ਬੇਲ ਹੋਈ ਮਨਜ਼ੂਰ। ਮਨੀ ਲਾਂਡਰਿੰਗ ਕੇਸ ਦੇ ਵਿੱਚ ਈਡੀ ਨੇ ਕੀਤਾ ਸੀ ਗ੍ਰਿਫਤਾਰ। ਰੇਪ ਕੇਸ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਨੂੰ ਰਾਹਤ ਨਹੀਂ। ਸੁਪਰੀਮ ਕੋਰਟ ਨੇ ਦਖਲ ਦੇਣ ਤੋਂ ਕੀਤਾ ਇਨਕਾਰ। ਫਿਲਹਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੈ ਕੇਸ। ਰਿਸ਼ਵਤਖੋਰਾਂ ਤੇ ਐਕਸ਼ਨ ਜਾਰੀ। ਨਵਾਂ ਸ਼ਹਿਰ ਦੇ ਵਿੱਚ ਪਟਵਾਰੀ, ਹੁਸ਼ਿਆਰਪੁਰ ਦੇ ਵਿੱਚ ਪੰਚਾਇਤ ਸਕੱਤਰ ਤੇ ਗੁਰਦਾਸਪੁਰ ਦੇ ਵਿੱਚ ਖਜ਼ਾਨਾ ਦਫ਼ਤਰ ਦਾ ਕਲਰਕ ਰਿਸ਼ਵਤ ਲੈਂਦਾ ਕਾਬੂ ਹੋਇਆ ਐਕਸ਼ਨ। ਮੂਸੇਵਾਲਾ ਕੇਸ ਦੇ ਵਿੱਚ ਹਥਿਆਰ ਸਪਲਾਈ ਕਰਨ ਵਾਲਾ ਸਤਬੀਰ ਹੈ ਘੋੜਿਆਂ ਦਾ ਕਾਰੋਬਾਰੀ। ਅਜਨਾਲਾ ਦੇ ਵਿੱਚ ਨੇ ਸਟੱਡ ਫਾਰਮ। ਪੁਲਿਸ ਨੇ ਫੋਰਚੂਨਰ ਗੱਡੀ ਸਣੇ ਕੀਤਾ ਹੈ ਕਾਬੂ। ਪੈਗੰਬਰ ਵਿਵਾਦ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਨੂੰ ਪਾਈ ਝਾੜ। ਕਿਹਾ ਨੂਪੁਰ ਦੇ ਬਿਆਨ ਨੇ ਦੇਸ਼ ਦੇ ਵਿੱਚ ਲਗਾਈ ਅੱਗ। ਦੇਸ਼ ਤੋਂ ਮੁਆਫੀ ਮੰਗਣ ਨੂੰ ਵੀ ਸੁਪਰੀਮ ਕੋਰਟ ਨੇ ਕਿਹਾ। ਮੋਹਾਲੀ ਦੇ ਵਿੱਚ ਹੋ ਰਹੀ ਆਲ ਇੰਡੀਆ ਰੈਂਕਿੰਗ ਟੂਰਨਾਮੈਂਟ ਦੌਰਾਨ ਹੰਗਾਮਾ। ਅੰਡਰ 13 ਦੇ ਮੈਚ ਦੇ ਵਿੱਚ ਓਵਰਏਜ ਖਿਡਾਰੀਆਂ ਨੂੰ ਲੈ ਕੇ ਮਾਪਿਆਂ ਨੇ ਲਗਾਇਆ ਧਰਨਾ। ਫੈਡਰੇਸ਼ਨ ਨੇ ਵਿਚਾਲੇ ਰੋਕਿਆ ਟੂਰਨਾਮੈਂਟ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਇਸ ਖਾਸ ਬੁਲੇਟਿਨ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਕੱਲ ਪੰਜਾਬ ਦੀਆਂ ਵੱਖ-ਵੱਖ ਖਬਰਾਂ ਦਾ ਅਸੀਂ ਕਰਾਂਗੇ ਸ਼ੁਰੂਆਤ। ਵੱਡੀ ਖਬਰ ਦੇ ਨਾਲ ਕਰਨ ਜਾ ਰਹੇ ਹਾਂ ਤੇ ਵੱਡੀ ਖਬਰ ਜੁੜੀ ਹੋਈ ਹੈ ਡੀਜੀਪੀ ਦੇ ਨਾਲ। ਪੰਜਾਬ ਨੂੰ ਨਵਾਂ ਡੀਜੀਪੀ ਜਲਦ ਮਿਲ ਸਕਦਾ, ਇਸ ਦੀ ਤਾਂ ਕਿਆਸ ਲੱਗ ਰਹੇ ਨੇ ਕਿਉਂਕਿ ਵੀਕੇ ਪਵਰਾ ਨੇ ਡੈਪੂਟੇਸ਼ਨ ਮੰਗ ਲਈ ਹੈ ਕਿ ਮੈਨੂੰ ਸੈਂਟਰ ਦੇ ਵਿੱਚ ਭੇਜ ਦਿੱਤਾ ਜਾਵੇ। ਤੇ ਇਸ ਵਿਚਾਲੇ ਇੱਕ ਹੋਰ ਵੱਡੀ ਖਬਰ ਇਸੇ ਮਾਮਲੇ ਦੇ ਨਾਲ ਜੁੜੀ ਹੋਈ। ਡੀਜੀਪੀ ਨੇ ਛੁੱਟੀ ਵੀ ਮੰਗ ਲਈ ਹੈ। ਡੀਜੀਪੀ ਵੀਕੇ ਪਵਰਾ ਨੇ ਛੁੱਟੀ ਦੀ ਅਰਜ਼ੀ ਪਾ ਦਿੱਤੀ ਹੈ। 2 ਮਹੀਨਿਆਂ ਦੀ ਛੁੱਟੀ ਦੇ ਲਈ ਅਪਲਾਈ ਕਰ ਦਿੱਤਾ ਹੈ। ਡੈਪੂਟੇਸ਼ਨ ਦੀ ਇੱਛਾ ਦੇ ਵਿਚਾਲੇ ਛੁੱਟੀ ਦੀ ਮੰਗ ਕੀਤੀ ਗਈ ਹੈ ਔਰ 5 ਜੁਲਾਈ ਤੋਂ ਛੁੱਟੀ ਦੇ ਉੱਤੇ ਜਾ ਸਕਦੇ ਨੇ ਡੀਜੀਪੀ ਵੀਕੇ ਪਵਰਾ। 1992 ਬੈਚ ਦੇ ਆਈਪੀਐਸ ਗੌਰਵ ਯਾਦਵ ਜਾਂ ਫਿਰ ਹਰਪ੍ਰੀਤ ਸਿੱਧੂ ਨੂੰ ਡੀਜੀ ਦੀ ਕਮਾਨ ਮਿਲ ਸਕਦੀ ਹੈ। ਖੈਰ ਇਸ ਸਭ ਦੇ ਵਿਚਾਲੇ ਚਰਚਾ ਕਿਉਂ ਹੈ? ਚਰਚਾ ਇਸ ਕਰਕੇ ਹੈ ਕਿਉਂਕਿ ਡੀਜੀਪੀ ਦਾ ਅਹੁਦਾ ਸੰਭਾਲਿਆ ਕਰੀਬ ਜਨਵਰੀ ਦੇ ਵਿੱਚ ਡੀਜੀਪੀ ਦਾ ਅਹੁਦਾ ਸੰਭਾਲਿਆ 8 ਜਨਵਰੀ ਨੂੰ। ਇਨਫੈਕਟ ਜਿਸ ਦਿਨ ਚੋਣਾਂ ਦਾ ਐਲਾਨ ਹੋਇਆ ਸੀ ਉਸੇ ਦਿਨ ਚੰਨੀ ਸਰਕਾਰ ਦੇ ਵੱਲੋਂ ਡੀਜੀਪੀ ਲਗਾਇਆ ਗਿਆ ਸੀ ਵੀਕੇ ਪਵਰਾ ਨੂੰ। ਤੇ ਵੀਕੇ ਪਵਰਾ ਨੇ ਚਾਰਜ ਸੰਭਾਲਿਆ ਪਰ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਸਰਕਾਰ ਬਦਲ ਚੁੱਕੀ ਹੈ। ਕਾਂਗਰਸ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਚੁੱਕੀ ਹੈ। ਚਰਨਜੀਤ ਸਿੰਘ ਚੰਨੀ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਣ ਚੁੱਕੇ ਨੇ। ਆਮ ਤੌਰ ਤੇ ਜਦੋਂ ਸਰਕਾਰ ਚੇਂਜ ਹੁੰਦੀ ਹੈ ਤਾਂ ਪਹਿਲੇ ਮਹੀਨੇ ਦੇ ਵਿੱਚ ਡੀਜੀਪੀ ਦੇ ਉੱਤੇ, ਚੀਫ ਸਕੱਤਰ ਦੇ ਉੱਤੇ, ਜਿਹੜੇ ਵੱਡੇ ਅਹੁਦੇਦਾਰ ਹੁੰਦੇ ਨੇ ਉਹਨਾਂ ਦੇ ਉੱਤੇ ਐਕਸ਼ਨ ਹੋ ਜਾਂਦਾ ਤੇ ਫਿਰ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਹੈ। ਪਰ ਕਰੀਬ 3 ਮਹੀਨੇ ਜਾਂ ਕਹੀਏ ਕਿ 3.5 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੱਲਿਆ ਹੈ ਕਿ ਮਾਨ ਸਰਕਾਰ ਨੇ ਡੀਜੀਪੀ ਨੂੰ ਚੇਂਜ ਨਹੀਂ ਕੀਤਾ। ਪਰ ਇਸ ਵਿਚਾਲੇ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਨੇ। ਖਾਸ ਤੌਰ ਤੇ ਕਾਨੂੰਨ ਵਿਵਸਥਾ ਦਾ ਮੁੱਦਾ ਉੱਠਿਆ ਹੈ ਤੇ ਕਾਨੂੰਨ ਵਿਵਸਥਾ ਦੇ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਵਿਰੋਧੀ ਘੇਰ ਰਹੇ ਨੇ ਤੇ ਡੀਜੀਪੀ ਪਵਰਾ, ਕਿਉਂਕਿ ਜਦੋਂ ਤੁਸੀਂ ਕਿਸੇ ਟੀਮ ਨੂੰ ਲੀਡ ਕਰ ਰਹੇ ਹੋ, ਵੀਕੇ ਪਵਰਾ ਇਸ ਸਮੇਂ ਪੰਜਾਬ ਪੁਲਿਸ ਦੇ ਸਭ ਤੋਂ ਵੱਡੇ ਅਹੁਦੇ ਦੇ ਉੱਤੇ ਤੈਨਾਤ ਨੇ
ਤਾਂ ਫਿਰ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਫਿਰ ਜ਼ਿੰਮੇਵਾਰੀ ਕਪਤਾਨ ਦੀ ਤਾਂ ਬਣਦੀ ਹੀ ਹੈ। ਤਾਂ ਕਪਤਾਨ ਯਾਨੀ ਕਿ ਡੀਜੀਪੀ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਵਿਚਾਲੇ ਜੇਕਰ ਜਨਵਰੀ ਤੋਂ ਲੈ ਕੇ ਹੁਣ ਤੱਕ ਦੀਆਂ ਘਟਨਾਵਾਂ ਦੇ ਉੱਤੇ ਜ਼ਿਕਰ ਜਾਂ ਗੌਰ ਕੀਤਾ ਜਾਵੇ ਤਾਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕੇਸ ਬਹੁਤ ਵੱਡਾ ਮਾਮਲਾ ਹੈ ਜੋ ਹੋਇਆ, ਜਿਸ ਦੇ ਵਿੱਚ ਜ਼ਿਕਰ ਹੋਇਆ ਕਿ ਜੇ ਰੇਕੀ ਹੋ ਰਹੀ ਸੀ, ਜੇ ਹਥਿਆਰ ਕੁਝ ਦਿਨਾਂ ਤੋਂ ਲੈ ਕੇ ਘੁੰਮ ਰਹੇ ਸਨ ਤਾਂ ਫਿਰ ਪੁਲਿਸ ਦਾ ਇੰਟੈਲੀਜੈਂਸ ਕਿੱਥੇ ਸੀ। ਇੱਕ 14 ਮਾਰਚ ਨੂੰ ਘਟਨਾ ਵਾਪਰਦੀ ਹੈ ਜਦੋਂ ਪੰਜਾਬ ਦੇ ਵਿੱਚ ਨਵੀਂ ਸਰਕਾਰ ਲੋਕਾਂ ਨੇ ਚੁਣ ਲਈ ਸੀ, ਹਾਲਾਂਕਿ ਸਹੁੰ ਚੁੱਕਣੀ ਬਾਕੀ ਸੀ ਅਜੇ। 14 ਮਾਰਚ ਨੂੰ ਘਟਨਾ ਵਾਪਰੀ ਜਦੋਂ ਸੰਦੀਪ ਨੰਗਲ ਅੰਬੀਆਂ ਦਾ ਕਤਲ ਕਰ ਦਿੱਤਾ ਗਿਆ ਇੱਕ ਕਬੱਡੀ ਟੂਰਨਾਮੈਂਟ ਦੇ ਦੌਰਾਨ। ਤੇ ਉਹ ਘਟਨਾ ਹੋਈ ਤੇ ਪਟਿਆਲਾ ਦੇ ਵਿੱਚ ਅਪ੍ਰੈਲ ਦੇ ਮਹੀਨੇ ਦੇ ਵਿੱਚ 29 ਅਪ੍ਰੈਲ ਨੂੰ ਪਟਿਆਲਾ ਦੇ ਵਿੱਚ ਕਾਲੀ ਮਾਤਾ ਮੰਦਿਰ ਦੇ ਬਾਹਰ ਜਿਸ ਤਰੀਕੇ ਨਾਲ ਹੰਗਾਮਾ ਹੋਇਆ, ਦੋ ਭਾਈਚਾਰੇ ਆਮੋ ਸਾਹਮਣੇ ਹੋ ਗਏ, ਉਸਨੇ ਵੀ ਕਿਤੇ ਨਾ ਕਿਤੇ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਲੈ ਕੇ ਇੱਕ ਵਾਰੀ ਚਿੰਤਾ ਪੰਜਾਬ ਦੇ ਲੋਕਾਂ ਦੇ ਵਿੱਚ ਜ਼ਰੂਰ ਲਿਆ ਕੇ ਭਰ ਦਿੱਤੀ ਸੀ। ਔਰ ਇਸ ਕਰਕੇ ਵੀ ਜ਼ਿਕਰ ਹੋ ਰਿਹਾ ਸੀ ਕਿ ਜੇਕਰ ਕੋਈ ਦੋ ਧਿਰਾਂ ਦੇ ਨੁਮਾਇੰਦੇ ਜਾਂ ਫਿਰ ਲੋਕ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਇੱਕ ਦੂਜੇ ਨੂੰ ਧਮਕੀ ਦੇ ਰਹੇ ਸੀ ਤਾਂ ਫਿਰ ਪੰਜਾਬ ਦਾ ਸਾਈਬਰ ਸੈੱਲ, ਪੰਜਾਬ ਦੀਆਂ ਏਜੰਸੀਆਂ ਉਸ ਸਮੇਂ ਕੀ ਕਰ ਰਹੀਆਂ ਸੀ ਜਦੋਂ ਇੱਕ ਦੂਜੇ ਨੂੰ ਧਮਕੀਆਂ ਦੇ ਕੇ ਦੇਖ ਲੈਣ ਦੇ ਲਈ ਕਿਹਾ ਜਾ ਰਿਹਾ ਸੀ। ਪਟਿਆਲਾ ਵਾਲੇ ਇਨਸੀਡੈਂਟ ਦੇ ਵਿੱਚ ਹੋਇਆ। ਇਸ ਦੇ ਨਾਲ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਨੇ, ਖਾਸ ਤੌਰ ਤੇ ਜਿਹੜੇ ਕਤਲ ਕੇਸ ਹੋਏ ਜਾਂ ਫਿਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਹੋਈਆਂ ਤਾਂ ਇਸ ਨੂੰ ਲੈ ਕੇ ਕਿਆਸ ਜ਼ਰੂਰ ਲਗਾਏ ਜਾ ਰਹੇ ਨੇ ਕਿ ਇੱਕ ਤਰੀਕੇ ਨਾਲ ਡੀਜੀਪੀ ਦੇ ਉੱਤੇ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਸੀ। ਹੁਣ ਇਸ ਨੂੰ ਡੀਜੀਪੀ ਦੇ ਛੁੱਟੀ ਕਹੋ ਜਾਂ ਉਹਨਾਂ ਨੂੰ ਜ਼ਬਰੀ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਫੋਰਸਡ ਲੀਵ ਕਿਹਾ ਜਾਂਦਾ ਇਸ ਤਰੀਕੇ ਨਾਲ ਕਿ ਫੋਰਸਡ ਲੀਵ ਦੇ ਉੱਤੇ ਭੇਜ ਦਿੱਤਾ ਗਿਆ ਕਿ ਤੁਹਾਨੂੰ ਛੁੱਟੀ ਦੇ ਉੱਤੇ ਜਾਣਾ ਹੀ ਹੋਏਗਾ ਤਾਂ 5 ਤਰੀਕ ਤੋਂ ਛੁੱਟੀ ਦੇ ਉੱਤੇ ਜਾ ਸਕਦੇ ਨੇ। ਇਸ ਸਮੇਂ ਸਾਡੇ ਕੋਲ ਸਾਡੇ ਟਾਪ ਸੋਰਸਿਸ ਜਾਣਕਾਰੀ ਦੇ ਰਹੇ ਨੇ ਕਿ ਡੀਜੀਪੀ ਵੀਕੇ ਪਵਰਾ ਨੇ ਡੈਪੂਟੇਸ਼ਨ ਤੋਂ ਪਹਿਲਾਂ, ਕਿਉਂਕਿ ਉਹ ਚਾਹੁੰਦੇ ਨੇ ਕਿ ਡੈਪੂਟੇਸ਼ਨ ਤੇ ਭੇਜ ਦਿੱਤਾ ਜਾਵੇ, ਉਹਨਾਂ ਨੇ ਸੈਂਟਰ ਨੂੰ ਵੀ ਲਿਖ ਦਿੱਤਾ, ਸਟੇਟ ਨੂੰ ਵੀ ਲਿਖ ਦਿੱਤਾ, ਜਿੰਨੀ ਦੇਰ ਡੈਪੂਟੇਸ਼ਨ ਵਾਲੀ ਕਾਰਵਾਈ ਮੁਕੰਮਲ ਹੁੰਦੀ ਹੈ ਤੇ ਉਸ ਸਮੇਂ ਤੱਕ ਉਹਨਾਂ ਨੇ ਛੁੱਟੀ ਦੀ ਡਿਮਾਂਡ ਕਰ ਦਿੱਤੀ ਹੈ। ਔਰ ਛੁੱਟੀ ਕੋਈ 2 4 5 10 ਦਿਨ ਦੀ ਨਹੀਂ ਬਲਕਿ 2 ਮਹੀਨਿਆਂ ਦੀ ਛੁੱਟੀ ਅਪਲਾਈ ਕੀਤੀ ਗਈ ਹੈ। ਤਾਂ ਵੱਡੀ ਖਬਰ ਹੈ ਇਸ ਸਮੇਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੇ ਮੁੱਦੇ ਨੂੰ ਲੈ ਕੇ ਵਿਰੋਧੀ ਘੇਰਦੇ ਨੇ ਸਰਕਾਰ ਨੂੰ। ਆਮ ਤੌਰ ਤੇ ਜਦੋਂ ਬਹੁਤ ਵੱਡੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਡੀਜੀਪੀ ਦੇ ਅਹੁਦੇ ਉੱਤੇ ਤਲਵਾਰ ਲਟਕਣੀ ਸ਼ੁਰੂ ਹੋ ਜਾਂਦੀ ਹੈ। ਮੇਰੇ ਸਹਿਯੋਗੀ ਅਮਨ ਭਾਰਦਵਾਜ ਸਾਡੇ ਨਾਲ ਨੇ, ਮੈਂ ਉਹਨਾਂ ਦਾ ਰੁਖ ਕਰਾਂਗਾ, ਪਰ ਇਸ ਤੋਂ ਪਹਿਲਾਂ ਕਦੋਂ ਤਲਵਾਰ ਲਟਕੀ ਉਹ ਵੀ ਕਾਬਿਲੇ ਗੌਰ ਹੈ। ਕਾਬਿਲੇ ਗੌਰ ਹੈ ਕਿ ਜਦੋਂ 2015 ਦੇ ਵਿੱਚ ਬੇਅਦਬੀ ਦਾ ਘਟਨਾਕ੍ਰਮ ਵਾਪਰਿਆ ਪੰਜਾਬ ਦੇ ਵਿੱਚ, ਉਸ ਤੋਂ ਬਾਅਦ ਕੋਟਕਪੁਰਾ ਤੇ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲੀ, 2 ਲੋਕਾਂ ਦੀ ਮੌਤ ਹੋ ਗਈ ਔਰ ਪੂਰਾ ਮਾਮਲਾ ਸੀਬੀਆਈ ਨੂੰ ਤੱਕ ਸੌਂਪ ਦਿੱਤਾ ਗਿਆ। ਤਾਂ ਫਿਰ ਇਸ ਸਭ ਦੇ ਵਿਚਾਲੇ ਉਸ ਸਮੇਂ ਡੀਜੀਪੀ ਸੀ ਸੁਮੇਧ ਸਿੰਘ ਸੈਣੀ, ਤਾਂ ਉਹਨਾਂ ਦੀ ਵੀ ਕੁਰਸੀ ਉਸ ਸਮੇਂ ਗਈ ਸੀ, ਉਹਨਾਂ ਨੂੰ ਬਦਲ ਦਿੱਤਾ ਗਿਆ ਸੀ ਤੇ ਸੁਰੇਸ਼ ਅਰੋੜਾ ਨੂੰ ਡੀਜੀਪੀ ਲਗਾ ਦਿੱਤਾ ਗਿਆ ਸੀ। ਖੈਰ ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਅਮਨ ਭਾਰਦਵਾਜ ਸਾਡੇ ਨਾਲ ਨੇ। ਅਮਨ, ਕੀ ਕੁਝ ਤੁਹਾਡੇ ਕੋਲ ਇਸ ਸਮੇਂ ਇਨਫੋਰਮੇਸ਼ਨ ਇਹ ਛੁੱਟੀ ਹੈ ਜਾਂ ਫੋਰਸਡ ਲੀਵ ਹੈ? ਗੌਰਵ, ਇੱਕ ਗੱਲ ਤਾਂ ਸਾਫ਼ ਹੈ ਕਿ ਜੋ ਸਟੇਟ ਦੀ ਸਿਚੁਏਸ਼ਨ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਜਾਂ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਖਾਸ ਕਰਕੇ, ਤਾਂ ਉਸ ਤੋਂ ਲੀਡਰਸ਼ਿਪ ਕਹੀਏ ਜਾਂ ਸਰਕਾਰ ਕਹੀਏ ਆਮ ਆਦਮੀ ਪਾਰਟੀ ਦੀ, ਤਾਂ ਉਹ ਕਾਫੀ ਖਫਾ ਹੈ ਔਰ ਖੁਸ਼ ਨਹੀਂ ਹੈ ਕਿਉਂਕਿ ਬਾਰ-ਬਾਰ ਸਰਕਾਰ ਤੇ ਸਵਾਲ ਉੱਠਦੇ ਸੀਗੇ ਔਰ ਇੱਕ ਕ੍ਰਿਟਿਸਿਜ਼ਮ ਜਿਹੜਾ ਇਸ ਬਾਬਤ ਹੈਗਾ ਹੈ, ਚਾਹੇ ਉਹ ਗੈਂਗ ਵਾਰ ਮੂਸੇਵਾਲੇ ਦੇ ਕਤਲ ਨੂੰ ਕਿਹਾ ਹੋਵੇ, ਇਸ ਪਾਰਟੀਕੂਲਰ ਤੇ ਸਟੇਟਮੈਂਟ ਤੇ ਵੀ ਵੀਕੇ ਪਵਰਾ ਨੂੰ ਕ੍ਰਿਟਿਸਿਜ਼ਮ ਸਹਿਣਾ ਪਿਆ ਹੈ ਸਰਕਾਰ ਦਾ। ਲਾਅ ਐਂਡ ਆਰਡਰ ਦੀ ਜੋ ਸਿਚੁਏਸ਼ਨ ਹੈ, ਚਾਹੇ ਉਹ ਆਰਪੀਜੀ ਅਟੈਕ ਹੋਵੇ, ਉਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਦਾ ਕਤਲ ਹੋਵੇ, ਏਜੀਟੀਐਫ ਦੀ ਜਿਹੜੀ ਕਾਰਵਾਈ ਹੈ, ਤਾਂ ਇਨ ਤਿੰਨੇ ਚਾਰੇ ਇਸ਼ੂਜ਼ ਜਿਹੜੇ ਮੇਜਰ ਸਟੇਟ ਦੇ ਅੰਦਰ 3 ਮਹੀਨੇ ਤੋਂ ਚੱਲਦੇ ਨੇ, ਉਸ ਨੂੰ ਲੈ ਕੇ ਵੀ ਵੀਕੇ ਪਵਰਾ ਨੇ ਜਿਹੜਾ ਹੈ ਉਹ ਕ੍ਰਿਟਿਸਿਜ਼ਮ ਸਿਆ ਔਰ ਸਰਕਾਰ ਦੇ ਲੀਡਰਸ ਜਿਹੜੇ ਨੇ, ਪਾਰਟੀ ਦੇ ਲੀਡਰਸ ਨੇ, ਇਸ ਤੋਂ ਕਾਫੀ ਖਫਾ ਨੇ। ਔਰ ਇਹ ਵੀ ਗੱਲ ਜਾਣਕਾਰੀ ਮਿਲੀ ਹੈ ਕਿ ਦਿੱਲੀ ਜੋ ਪੁਲਿਸ ਨੇ ਕਾਰਵਾਈ ਕੀਤੀ ਹੈ ਸਪੈਸ਼ਲ ਸੈੱਲ ਨੇ, ਉਹ ਪੰਜਾਬ ਪੁਲਿਸ ਕਿਉਂ ਪਿੱਛੇ ਰਹਿ ਗਈ, ਉਸ ਇਹ ਵੀ ਖਦਸ਼ਾ ਜਿਹੜਾ ਹੈ ਉਹ ਜ਼ਾਹਿਰ ਕੀਤਾ ਗਿਆ ਹੈ ਵੀਕੇ ਪਵਰਾ ਦੇ ਨਾਲ ਗੱਲਬਾਤ 'ਚ। ਔਰ ਸਰਕਾਰ ਦੀ ਜਦੋਂ ਵੀਕੇ ਪਵਰਾ ਨਾਲ 24 ਤੋਂ 48 ਘੰਟੇ ਪਹਿਲਾਂ ਗੱਲਬਾਤ ਹੁੰਦੀ ਹੈ, ਕਿਉਂਕਿ ਫਾਰਮਲੀ ਉਹ ਲੈਟਰ ਲਿਖਦੇ ਨੇ ਕਿ ਉਹ ਡੈਪੂਟੇਸ਼ਨ ਤੇ ਜਾਣਾ ਚਾਹੁੰਦੇ ਨੇ ਦਿੱਲੀ ਸੈਂਟਰ ਦੇ ਅੰਦਰ ਖਾਸ ਕਰਕੇ, ਤਾਂ ਉਸ ਦੇ ਅੰਦਰ ਵੀ ਜਿਹੜਾ ਹੈ ਉਹ ਕੰਸੈਂਟ ਸੀਗਾ ਵੀਕੇ ਪਵਰਾ ਉਹਨਾਂ ਦਾ। ਔਰ ਹੁਣ ਤੋਂ ਜਾਣਕਾਰੀ ਆ ਰਹੀ ਹੈ ਕਿ 24 ਘੰਟੇ ਪਹਿਲਾਂ ਉਹਨਾਂ ਨੇ ਕੰਸੈਂਟ ਜ਼ਾਹਿਰ ਕੀਤਾ ਕਿ ਉਹ ਡੈਪੂਟੇਸ਼ਨ ਤੇ ਦਿੱਲੀ ਜਾਣਾ ਚਾਹੁੰਦੇ ਨੇ, ਚਾਹੇ ਉਹਨਾਂ ਦੇ ਪਤਨੀ ਅੰਜਲੀ ਪਵਰਾ IAS ਨੇ ਸੈਂਟਰ ਦੀ ਡੈਪੂਟੇਸ਼ਨ ਦੇ ਅੰਦਰ ਨੇ, ਪਰ ਉਹਨਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਉਹ ਡੈਪੂਟੇਸ਼ਨ ਤੇ ਜਾਣਾ ਚਾਹੁੰਦੇ ਨੇ। ਔਰ ਅੱਜ ਜਿਹੜੀ ਹੁਣ ਜਾਣਕਾਰੀ ਆ ਰਹੀ ਹੈ ਕਿ ਉਹਨਾਂ ਨੇ 2 ਮਹੀਨੇ ਦੀ ਛੁੱਟੀ ਜਿਹੜੀ ਹੈ ਉਹ ਅਪਲਾਈ ਕਰ ਦਿੱਤੀ ਹੈ ਔਰ 5 ਜੁਲਾਈ ਤੋਂ ਉਹ 2 ਮਹੀਨੇ ਦੀ ਛੁੱਟੀ ਤੇ ਜਾ ਰਹੇ ਨੇ। ਹਾਲਾਂਕਿ ਉਹਨਾਂ ਨੂੰ ਅੱਜ ਤੋਂ ਹੀ ਜਿਹੜਾ ਹੈ ਛੁੱਟੀ ਤੇ ਭੇਜਣ ਬਾਬਤ ਉਹਨਾਂ ਦੀ ਇੱਛਾ ਸੀਗੀ ਔਰ ਭੇਜਿਆ ਜਾ ਸਕਦਾ ਸੀਗਾ, ਲੇਕਿਨ ਐਕਟਿੰਗ ਡੀਜੀਪੀ ਗੌਰਵ ਕਿਸ ਨੂੰ ਲਗਾਣਾ ਹੈ ਇਸ ਤੇ ਮੰਥਨ ਜਾਰੀ ਹੈ ਕਿਉਂਕਿ ਗੌਰਵ ਯਾਦਵ ਜਿਹੜੇ 1992 ਬੈਚ ਦੇ IPS ਨੇ, ਉਹਨਾਂ ਦੇ ਨਾਲ ਸ਼ਾਇਦ ਹਲੇ ਗੱਲਬਾਤ ਸਰਕਾਰ ਦੀ ਹੋ ਰਹੀ ਹੈ, ਕਦੋਂ ਕੋ ਰਜ਼ਾਮੰਦ ਹੁੰਦੇ ਨੇ ਜਾਂ ਸਰਕਾਰ ਕਦੋਂ ਉਹਨਾਂ ਦੇ ਨਾਮ ਤੇ ਮੋਹਰ ਲਾਉਂਦੀ ਹੈ ਇਹ ਹਲੇ ਫਾਈਨਲ ਕਰਨਾ। ਇਹੀ ਕਾਰਨ ਹੈ ਕਿ 5 ਤਰੀਕ ਤੋਂ ਛੁੱਟੀ ਤੇ ਜਿਹੜਾ ਹੈ ਉਹ ਵੀਕੇ ਪਵਰਾ
ਜਾ ਰਹੇ ਨੇ ਔਰ 2 ਮਹੀਨੇ ਦੀ ਛੁੱਟੀ ਹੈ। ਔਰ ਗੌਰਵ ਇਹ ਵੀ ਸਮਝਣਾ ਲਾਜ਼ਮੀ ਹੈ ਕਿ 2 ਮਹੀਨੇ ਦੇ ਲਈ ਕਾਰਜਕਾਰੀ ਡੀਜੀਪੀ ਕਿਸ ਨੇ ਲੱਗਣਾ ਹੈ। ਉਸ ਤੋਂ ਬਾਅਦ ਜਦੋਂ ਪੈਨਲ ਜਾਏਗਾ यूपीएससी ਕੋਲ ਤਾਂ ਸੀਨੀਅਰਿਟੀ ਦੇ ਹਿਸਾਬ ਤੇ ਜਿਹੜਾ ਹੈ ਉਹ ਡੀਜੀਪੀ ਲਗਾਇਆ ਜਾਏਗਾ। ਤਾਂ 2 ਮਹੀਨੇ ਲਈ ਕੋਈ ਡੀਜੀਪੀ, ਚਾਹੇ ਉਹ ਗੌਰਵ ਯਾਦਵ ਹੋਣ ਚਾਹੇ ਉਹ ਹਰਪ੍ਰੀਤ ਸਿੱਧੂ ਦੀ ਗੱਲ ਹੋਵੇ, ਤਾਂ ਕੋਈ ਨਹੀਂ ਚਾਹੇਗਾ ਕਿ ਅਜਿਹੀ ਸਿਚੁਏਸ਼ਨ 'ਚ ਜਿੱਥੇ ਲਾਅ ਐਂਡ ਆਰਡਰ वक्त तो एज लेके सरकार लिए खड़ी है, बड़े सवाल कई केसेस सुलझाने ने और बिश्नोई का असीं देख रहे हैं हाल दी घड़ी किवें रिमांड जिहड़ा है वो लिता जा रहा सीगा। तो 2 महीने ਲਈ कोई नहीं चाहेगा ऐसी क्रूशियल सिचुएशन के अंदर स्टेट ਨੂੰ हैंडल करना या अपनी किरकिरी कराना 2 महीने ਲਈ। ਤਾਂ एक्टिंग डीजीपी पर सरकार किस ਨੂੰ लगांदी है, ਇਹ ਸਰਕਾਰ ਦਾ ਫੈਸਲਾ ਹੈ। ਪ੍ਰਾਇੋਰਟੀ ਗੌਰਵ ਜਿਹੜੀ ਹੈ ਉਹ आईपीएस 92 ਬੈਚ ਦੇ ਜਿਹੜੇ 1992 ਬੈਚ ਦੇ ਗੌਰਵ ਯਾਦਵ ਹੈ ਉਹਨਾਂ ਤੇ ਸਰਕਾਰ ਦੀ ਪ੍ਰਾਇੋਰਟੀ ਹੈ, ਕਿਉਂਕਿ ਜਦੋਂ ਉਹਨਾਂ ਨੇ ਟ੍ਰੇਨਿੰਗ ਵੀ आईपीएस ਦੀ ਦਿੱਤੀ ਸੀਗੀ ਤਾਂ ਉਹਨਾਂ ਦੇ ਪੁਰਾਣੇ ਕਰੀਬੀ ਵੀ ਰਹੇ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ, ਕਿਉਂਕਿ ਆਈਆਰਐਸ ਦੀ ਜਦੋਂ ट्रेनिंग अरविंद केजरीवाल होंगे सीगे तो उदों तो सच्ची ट्रेनिंग उन्होंने की है। और एक गौरव ये भी एंगल नशर करना बनता है कि जो किते ना किते एडमिनिस्ट्रेशन ते लीडरशिप की कमांड की है उस तो भी डीजीपी वीके पवरा काफी खफा ने। नाराजगी जरूर हैगी है कि जिस तरीके दे नाल एक राज्यसभा या सीएम मान होण या ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ ਉਹਨਾਂ ਦਾ ਕਿਤੇ ਨਾ ਕਿਤੇ ਕ੍ਰਿਟਿਸਾਈਜ਼ ਕਰਨਾ ਜਾਂ ਇਨਫਲੂਐਂਸ ਦਖਲ ਅੰਦਾਜ਼ੀ ਕਹੀਏ ਜਾਂ जो करते रहते हैं चाहे वो नॉलेज शेयरिंग के बिहार से होने उस पर एडमिनिस्ट्रेशन जरूर इन्फ्लुएंस हो रहा सीगा। वो भी खदशा जिहड़ा है पुलिस ने जाहिर किया गौरव। पर अहम खबर यही है कि वो छुट्टी ते जा रहे हैं, 2 महीने की छुट्टी और मोस्ट लाइकली 5 तरीक तो जिवें असीं कल क्योंकि ये खबर दसी सी कि नवा डीजीपी पंजाब नूं मिल सकता है, पर पैनल का प्रोसैस हुंदा है 2 महीने लिए एक्टिंग किस ਨੂੰ लगाया जाता है, प्रायोरिटी गौरव यादव पे है और दूजे पासे छुट्टी जी है वो विके पवरा ने गौरव अप्लाई कर दी है। चलो शुक्रिया अमन, धन्यवाद साडे नाल जुड़न दे लई इस पूरी गलबात दे लई। तां डीजीपी वीके पवरा ने छुट्टी अप्लाई कर दी है 5 जुलाई तो, यानी कि मंगलवार तो छुट्टी दे उत्ते जा सकते हैं। और सवाल एक ही है जो लगातार उठ रहा है कि छुट्टी है या फिर एक तरीके नाल फोर्स्ड लीव है कि जबरी कह दिता गया कि तुसीं छुट्टी दे उत्ते चले जाओ, क्योंकि कानून व्यवस्था के मुद्दे दे उत्ते सरकार नूं घेरिया जा रहा है विरोधियों के वल्लों। और लगातार कुछ घटनावां होईयां ने, खास तौर पर सिद्धू मूसेवाला दा कतल जो किते ना किते बहुत सारे गंभीर सवाल जरूर खड़ा कर गया। वो पूरा कतल मामला पूरे सिस्टम के उत्ते कि जिस तरीके नाल वारदात नूं अंजाम दे दिता गया। हुण सवाल यह है कि जेकर वो छुट्टी के उत्ते जा रहे हैं या डेपुटेशन के उत्ते जा रहे हैं तो फिर डीजीपी का अहुदा संभालेगा कौन? डीजीपी तो पंजाब दे विच कोई ना कोई होएगा। तो कुछ नाम ने इस समय जो तुहानूं दिखाण जा रहे हैं जो सब तो ज्यादा इस समय चर्चा दे विच ने, वो 3 नाम ने जिहड़े सब तो ज्यादा चर्चा च ने। पहला नाम है हरप्रीत सिद्धू दा, दूजा नाम है गौरव यादव दा, तीजा नाम है शरद सत्या चौहान दा। यह भी तुहानूं दस दईए कि इन्हां 3 नामां दे विचों भी हरप्रीत सिद्धू ते गौरव यादव सब तो मजबूत नाम इस समय दसे जा रहे हैं। इनफैक्ट शरद सत्या चौहान भी और हरप्रीत सिद्धू दे लई यह भी कहा जाता है क्योंकि STF नूं देख रहे सी स्पैशल टास्क फोर्स जो नशे के खिलाफ बनाई गई सी सरकार दे वल्लों। तो हरप्रीत सिद्धू नूं लैके भी जिक्र हुंदा है कि जिहड़े फेवरेट CM दे ऑफिसर्स ने उन्हां दे विचों एक है। तो गौरव यादव या फिर हरप्रीत सिद्धू या फिर शरद सत्या चौहान किस दे कोल डीजीपी वाला अहुदा जाएगा, और यह भी एक बड़ा सवाल जरूर है। तो दिखाने हैं कि आखिर हुण मौजूदा समय दे विच क्योंकि IPS अधिकारी बहुत सीनियर ने, तो हुण मौजूदा समय दे विच एक किहड़ी जिम्मेवारी संभाल रहे हैं। तो तुहानूं दस दईए कि हरप्रीत सिद्धू जो इस रेस दे विच बहुत अगे नजर आउंदे ने, और मौजूदा समय दे विच डीजीपी जेलन डीजीपी प्रिजन ने। तो उस तो बाद गौरव यादव का नाम है जो कि डीजीपी इस समय हैगे ने एडमिनिस्ट्रेशन दे विच एडमिनिस्ट्रेशन सूबे का संभाल रहे हैं। सब तो मजबूत नाम उन्होंने भी कहा जा रहा है, जबकि शरद सत्या चौहान का नाम भी है जो कि डीजीपी सिक्योरिटी इस समय देख रहे हैं। तो ये 3 नाम ने जिन्हां दी खूब चर्चा इस समय हैगी है। दस दईए कि कैप्टन सरकार दे वल्लों नियुक्त डीजीपी दिनकर गुप्ता नूं चरणजीत सिंह चन्नी सरकार ने हटा दिता सी ते 25 सितंबर 2021 नूं इकबालप्रीत सिंह सोहता नूं जिम्मेवारी दित्ती गई सी। नवजोत सिद्धू दे वल्लों जताए गए सख्त विरोध के चलदियां 16 दिसंबर 2021 नूं सोहता नूं हटा के फिर सिद्धार्थ चट्टोपाध्याय नूं डीजीपी लगा दिता गया सी, पर बाद दे विच यूपीएससी दे पैनल दे विच नाम ना होण दी वजह नाल चट्टोपाध्याय नूं भी हटाउणा पिया। ਅਤੇ ਫਿਰ ਚੰਨੀ ਸਰਕਾਰ ਵੇਲੇ ਹੀ 8 जनवरी ਨੂੰ ਵੀਕੇ ਪਾਵਰਾ ਨੂੰ ਪੰਜਾਬ ਦਾ ਪੁਲਿਸ ਮੁਖੀ ਬਣਾ ਦਿੱਤਾ ਗਿਆ ਸੀ। ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਪੰਜਾਬ ਦੇ ਵਿੱਚ ਇਸ ਸਮੇਂ ਇਲੈਕਸ਼ਨ ਕਿਸ ਦਿਨ ਅਨਾਉਂਸ ਹੋਏ, ਇਲੈਕਸ਼ਨ ਅਨਾਉਂਸ ਹੋਏ ਸੀ 8 जनवरी ਦੇ ਹੀ ਦਿਨ। ਔਰ ਕਾਬਿਲੇ ਗੌਰ ਇਹ ਵੀ ਹੈ ਕਿ ਜਦੋਂ ਇੱਕ ਵਾਰੀ ਅਨਾਉਂਸ ਹੋ ਜਾਂਦੇ ਨੇ ਇਲੈਕਸ਼ਨ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਇਸ ਤਰੀਕੇ ਨਾਲ ਬਦਲੀਆਂ ਨਹੀਂ ਕਰ ਸਕਦੇ, ਸਰਕਾਰ ਨਹੀਂ ਬਦਲੀਆਂ ਕਰ ਸਕਦੀ ਹੈ ਕਿਉਂਕਿ ਪੂਰਾ ਜਿਹੜਾ ਚਾਰਜ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਕੋਲ ਚਲਿਆ ਜਾਂਦਾ ਹੈ। ਤਾਂ ਕਰੀਬ 3 ਤੋਂ 4 ਵਜੇ ਜਾ ਕੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਵਿੱਚ ਇਲੈਕਸ਼ਨਸ ਦੀਆਂ ਡੇਟਸ ਅਨਾਉਂਸ ਕੀਤੀਆਂ ਗਈਆਂ ਸੀ। ਉਸ ਤੋਂ ਬਾਅਦ ਕੋਡ ਆਫ ਕੰਡਕਟ ਲੱਗ ਗਿਆ ਸੀ
ਤੇ ਉਸ ਕੋਡ ਆਫ ਕੰਡਕਟ ਤੋਂ ਕਰੀਬ ਅੱਧਾ ਪੌਣਾ ਘੰਟਾ ਪਹਿਲਾਂ 1 ਘੰਟਾ ਪਹਿਲਾਂ ਹੀ ਅਨਾਉਂਸਮੈਂਟ ਤੋਂ ਜਿਹੜੀ ਇਹ ਪੋਸਟਿੰਗ ਕੀਤੀ ਗਈ ਸੀ, ਜਿਸ ਦੇ ਵਿੱਚ ਵੀਕੇ ਭਾਵਰਾ ਨੂੰ ਪੰਜਾਬ ਦਾ ਡੀਜੀਪੀ ਲਗਾਇਆ ਗਿਆ ਸੀ। ਪਰ ਹੁਣ ਵੀਕੇ ਭਾਵਰਾ ਛੁੱਟੀ ਦੇ ਉੱਤੇ ਜਾ ਰਹੇ ਨੇ, 5 ਤਰੀਕ ਤੋਂ ਛੁੱਟੀ ਤੇ ਜਾ ਸਕਦੇ ਨੇ। ਔਰ ਦੂਜੇ ਪਾਸੇ ਨਵਾਂ ਡੀਜੀਪੀ ਕੌਣ ਹੋਵੇਗਾ, ਉਹ ਵੀ ਇੱਕ ਵੱਡਾ ਸਵਾਲ ਹੈ। ਖੈਰ 10 ਮਹੀਨੇ ਦੇ ਵਿੱਚ 5ਵਾਂ ਡੀਜੀਪੀ ਪੰਜਾਬ ਨੂੰ ਤਕਰੀਬਨ ਤੈਅ ਹੈ ਕਿ ਮਿਲਣ ਜਾ ਰਿਹਾ ਹੈ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਪੰਜਾਬੀਆਂ ਦੇ ਲਈ ਜੋ ਵੱਡੀ ਖੁਸ਼ਖਬਰੀ ਹੈ। ਜੀ ਹਾਂ, ਲਕੀਰ, ਬਿੱਲਾਂ ਦੇ ਉੱਤੇ ਲਕੀਰ ਸ਼ਬਦ ਦਾ ਇਸਤੇਮਾਲ ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਪੁਰਾਣੇ ਬਿੱਲ ਬਕਾਏ ਖੜੇ ਨੇ ਔਰ ਉਹ ਪੁਰਾਣੇ ਬਿੱਲ 31 ਦਸੰਬਰ ਤੋਂ ਪਹਿਲਾਂ ਵਾਲੇ ਨੇ, ਹੁਣ ਉਹਨਾਂ ਨੂੰ ਨਹੀਂ ਭਰਨੇ ਪੈਣਗੇ। ਉਹਨਾਂ ਦੇ ਉੱਤੇ ਲਕੀਰ ਮਾਰ ਦਿੱਤੀ ਗਈ ਹੈ। ਲਕੀਰ ਮਾਰਨਾ ਆਮ ਤੌਰ ਤੇ ਆਪਾਂ ਕਹਿੰਦੇ ਹਾਂ ਕਿ ਕਾਂਟਾ ਮਾਰ ਦਿੱਤਾ ਜਾਂ ਲਕੀਰ ਮਾਰ ਕੇ ਉਸ ਨੂੰ ਖਤਮ ਕਰ ਦਿੱਤਾ। ਤਾਂ ਵੱਡੀ ਖੁਸ਼ਖਬਰੀ ਹੈ ਪੰਜਾਬੀਆਂ ਦੇ ਲਈ। 300 ਯੂਨਿਟ 1 ਤਰੀਕ ਤੋਂ ਯਾਨੀ ਕਿ ਅੱਜ ਤੋਂ ਲਾਗੂ ਤਾਂ ਹੋ ਚੁੱਕਿਆ 300 ਯੂਨਿਟ ਵਾਲਾ ਫਾਰਮੂਲਾ ਵੀ, ਤੇ ਨਾਲ ਹੀ 31 ਦਸੰਬਰ 2021 ਤੱਕ ਦੇ ਬਿੱਲ ਵੀ ਮਾਫ ਕਰ ਦਿੱਤੇ ਗਏ ਨੇ। ਕਾਬਿਲੇ ਗੌਰ ਵੀ ਹੈ ਕਿ ਇਸ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੈ ਕਿ ਇਹ ਵਾਲਾ ਜਾਂ ਉਹ ਵਾਲਾ ਕਿਸ ਦਾ ਬਿੱਲ ਮਾਫ ਹੋਇਆ ਹੈ। ਜਿਨ੍ਹਾਂ ਦਾ ਵੀ ਬਕਾਇਆ ਬਿੱਲ ਸੀ, ਉਹ ਚਾਹੇ ਤੁਹਾਡੇ ਕੋਲ 1 ਕਿਲੋਵਾਟ ਦਾ ਕਨੈਕਸ਼ਨ ਹੈ, ਚਾਹੇ ਇਸ ਤੋਂ ਜ਼ਿਆਦਾ, ਚਾਹੇ 10 ਕਿਲੋਵਾਟ ਦਾ ਹੈ, ਫਿਰ ਤੁਸੀਂ ਚਾਹੇ ਐਸਸੀ ਵਰਗ ਦੇ ਨਾਲ ਸੰਬੰਧਿਤ ਹੋ ਜਾਂ ਫਿਰ ਐਸਟੀ ਵਰਗ ਦੇ ਨਾਲ ਸੰਬੰਧਿਤ ਹੋ ਜਾਂ ਫਿਰ ਜਨਰਲ ਕੈਟਾਗਰੀ ਦੇ ਨਾਲ ਸੰਬੰਧਿਤ ਹੋ, ਉਸ ਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਜੇਕਰ ਤੁਹਾਡਾ ਬਕਾਇਆ ਬਿੱਲ ਹੈ ਤਾਂ ਤੁਸੀਂ ਕਿਸੇ ਵੀ ਕੈਟਾਗਰੀ ਦੇ ਨਾਲ ਸੰਬੰਧਿਤ ਹੋ, ਤੁਹਾਡਾ ਬਿੱਲ ਮੁਆਫ ਹੋਏਗਾ ਜਾਂ ਕਹੀਏ ਕਿ ਮਾਫ ਕਰ ਦਿੱਤਾ ਗਿਆ ਸਰਕਾਰ ਦੇ ਵੱਲੋਂ 31 ਦਸੰਬਰ ਤੱਕ ਦਾ। ਜਿਹੜਾ 31 ਦਸੰਬਰ ਤੋਂ ਬਾਅਦ ਵਾਲਾ ਉਹ ਤੁਹਾਨੂੰ ਜ਼ਰੂਰ ਭਰਨਾ ਹੋਏਗਾ। 31 ਦਸੰਬਰ ਤੱਕ ਜਿਹੜੇ ਬਿੱਲ ਨੇ ਉਹਨਾਂ ਦੇ ਉੱਤੇ ਲਕੀਰ ਸਰਕਾਰ ਦੇ ਵੱਲੋਂ ਮਾਰ ਦਿੱਤੀ ਗਈ ਹੈ। ਔਰ ਦੋ ਖੁਸ਼ਖਬਰੀਆਂ ਇਨਫੈਕਟ ਤੁਸੀਂ ਕਹਿ ਸਕਦੇ ਹੋ। ਪਹਿਲੀ ਕਿ 300 ਯੂਨਿਟ ਵਾਲੀ ਸਕੀਮ 1 ਜੁਲਾਈ ਯਾਨੀ ਕਿ ਅੱਜ ਤੋਂ ਲਾਗੂ ਹੋ ਚੁੱਕੀ ਹੈ। ਦੂਜੀ, ਬਿੱਲਾਂ ਦੇ ਉੱਤੇ ਲਕੀਰ ਮਾਰੀ ਗਈ ਹੈ ਜੋ 31 ਦਸੰਬਰ ਤੱਕ ਬਕਾਇਆ ਸੀ। ਹੁਣ ਸਪੋਜ਼ ਕਰ ਲਓ ਉਦਾਹਰਨ ਦੇ ਤੌਰ ਦੇ ਉੱਤੇ ਕਿ ਤੁਹਾਡਾ ਬਿੱਲ ਮੌਜੂਦਾ ਸਮੇਂ ਦੇ ਵਿੱਚ 5000 ਰੁਪਏ ਆ ਰਿਹਾ ਹੈ ਜਾਂ 2000 ਰੁਪਏ ਆ ਰਿਹਾ ਹੈ, ਤੇ ਉਸ ਦੇ ਵਿੱਚ ਬਕਾਇਆ ਬਿੱਲ ਹਰ ਵਾਰੀ ਜੁੜ ਕੇ ਆ ਰਿਹਾ ਹੈ। ਉਹ ਹੋ ਸਕਦਾ ਕਿ 5000 ਹੋਵੇ, 10000 ਹੋਵੇ, 20000 ਹੋਵੇ। ਤਾਂ 20000 ਪਿਛਲਾ ਉਸ ਦੇ ਉੱਤੇ ਟੈਕਸ ਪੈ ਰਹੇ ਨੇ ਜਾਂ ਉਸ ਦੇ ਉੱਤੇ ਕੁਝ ਨਾ ਕੁਝ ਸਰਚਾਰਜ ਲੱਗ ਰਹੇ ਨੇ, ਤੇ 2000 ਇਸ ਵਾਲਾ ਬਿੱਲ ਤੁਹਾਨੂੰ 22000 ਦਾ ਆ ਗਿਆ। ਤੁਸੀਂ ਇਸ ਵਾਰ ਵਾਲਾ ਭਰਵਾ ਦਿੱਤਾ, ਪੁਰਾਣਾ ਫਿਰ ਖੜਾ ਹੈ। ਔਰ ਤੁਸੀਂ ਜਾਂ ਫਿਰ ਤੁਹਾਨੂੰ ਵਿਭਾਗ ਨੇ ਕਿਹਾ ਕਿ ਥੋੜਾ ਕਰਕੇ ਭਰਵਾਉਂਦੇ ਰਹੋ, ਜਾਂ ਇਸ ਤਰੀਕੇ ਨਾਲ ਕਈ ਗੱਲਾਂ ਹੁੰਦੀਆਂ ਨੇ। ਜਾਂ ਫਿਰ ਕਈਆਂ ਦੇ ਕਨੈਕਸ਼ਨ ਕੱਟ ਦਿੱਤੇ ਜਾਂਦੇ ਨੇ ਕਿ ਤੁਸੀਂ ਜੀ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਬਿੱਲ ਨਹੀਂ ਭਰਾਇਆ ਸੀ ਆਪਣਾ, ਤੁਹਾਨੂੰ ਨੋਟਿਸ ਬਹੁਤ ਭੇਜੇ ਗਏ, ਇਸ ਕਰਕੇ ਤੁਹਾਡਾ ਕਨੈਕਸ਼ਨ ਕੱਟਿਆ ਜਾ ਰਿਹਾ। ਇਸ ਤਰੀਕੇ ਨਾਲ ਬਿਜਲੀ ਵਿਭਾਗ ਦੇ ਵੱਲੋਂ ਕਿਹਾ ਜਾਂਦਾ ਹੈ। ਤਾਂ ਕੁਝ ਨਹੀਂ ਹੋਏਗਾ ਹੁਣ, ਕਿਉਂਕਿ ਜੇਕਰ ਤੁਹਾਡਾ ਪਿਛਲੇ ਸਾਲ 31 ਦਸੰਬਰ ਤੱਕ ਕੋਈ ਬਿੱਲ ਬਕਾਇਆ ਸੀ, ਤੁਹਾਡਾ ਕਨੈਕਸ਼ਨ ਕੱਟ ਦਿੱਤਾ ਗਿਆ, ਤਾਂ ਕਨੈਕਸ਼ਨ ਦੀਆਂ ਤਾਰਾਂ ਵੀ ਜੁੜਨਗੀਆਂ ਤੇ ਜਿਹੜਾ ਤੁਹਾਡਾ ਬਿੱਲ ਹੈ ਉਸ ਦੇ ਉੱਤੇ ਲੀਕ ਵੀ ਵੱਜੇਗੀ। ਤੇ ਹੁਣ ਤਾਂ ਅਸੀਂ ਨਵਾਂ ਬਿੱਲ ਜ਼ਰੂਰ ਭਰਨਾ ਹੋਏਗਾ, ਤੇ ਨਵੇਂ ਬਿੱਲ ਦੇ ਵਿੱਚ ਵੀ ਜੇਕਰ ਤੁਸੀਂ 300 ਯੂਨਿਟਾਂ ਤੋਂ ਘੱਟ ਫੂਕੀਆਂ ਫਿਰ ਤੁਹਾਨੂੰ ਫਿਰ ਬਿੱਲ ਨਹੀਂ ਭਰਨਾ। ਜੇਕਰ ਤੁਸੀਂ 300 ਤੋਂ ਜ਼ਿਆਦਾ ਯੂਨਿਟ ਫੂਕ ਦਿੱਤੇ ਤਾਂ ਫਿਰ ਤੁਹਾਨੂੰ ਬਿੱਲ ਜ਼ਰੂਰ ਭਰਨਾ ਹੋਏਗਾ। ਖੈਰ ਇਸ ਸਮੇਂ ਗਰਮੀ ਬਹੁਤ ਜ਼ਬਰਦਸਤ ਹੈ, ਤਾਂ ਏਸੀ, ਕੂਲਰ, ਪੱਖੇ ਸਭ ਚੱਲ ਰਹੇ ਨੇ, ਫ੍ਰਿਜ ਦਾ ਬਹੁਤ ਇਸਤੇਮਾਲ ਹੋ ਰਿਹਾ ਹੈ। ਤਾਂ ਇਸ ਕਰਕੇ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ ਜ਼ਿਆਦਾਤਰ ਘਰਾਂ ਦੇ ਵਿੱਚ, ਬਹੁਤੇ ਘਰਾਂ ਦੇ ਵਿੱਚ, ਜਾਂ ਕਹੀਏ ਕਿ ਵੱਡੀ ਗਿਣਤੀ 'ਚ ਜਿਹੜੇ ਘਰ ਨੇ ਉਹਨਾਂ ਦੇ ਵਿੱਚ 300 ਯੂਨਿਟ ਇਸਤੇਮਾਲ ਹੋ ਜਾਣਗੇ। ਪਰ ਬਹੁਤ ਸਾਰੇ ਅਜਿਹੇ ਘਰ ਹੋਣਗੇ ਜਿੱਥੇ 300 ਯੂਨਿਟ ਇਸਤੇਮਾਲ ਹਰ ਮਹੀਨੇ ਨਹੀਂ ਹੁੰਦੇ, ਤਾਂ ਉਹਨਾਂ ਦੇ ਲਈ ਤਾਂ ਬਹੁਤ ਵੱਡੀ ਰਾਹਤ ਦੀ ਖਬਰ ਹੈ। ਉਹਨਾਂ ਦਾ ਬਿੱਲ ਨਹੀਂ ਆਏਗਾ ਇਸ ਵਾਰ। ਔਰ ਜੇਕਰ 301 ਯੂਨਿਟ ਹੋ ਗਿਆ ਤਾਂ ਫਿਰ ਪੂਰਾ ਬਿੱਲ ਦੇਣਾ ਹੋਏਗਾ। ਉਸ ਦੇ ਵਿੱਚ ਵੀ ਇੱਕ ਸ਼ਰਤ ਹੈ। ਉਸ ਦੇ ਵਿੱਚ ਸ਼ਰਤ ਇਹ ਹੈ ਕਿ ਜੇਕਰ ਤੁਸੀਂ ਐਸਸੀ ਪਰਿਵਾਰ ਦੇ ਨਾਲ ਸੰਬੰਧਿਤ ਹੋ ਔਰ ਤੁਹਾਡੇ ਘਰ ਦਾ ਜਿਹੜਾ ਕਨੈਕਸ਼ਨ ਉਹ 1 ਕਿਲੋਵਾਟ ਤੋਂ ਘੱਟ ਹੈ, ਤਾਂ ਫਿਰ ਚਾਹੇ ਤੁਹਾਡੇ 350 ਯੂਨਿਟ ਫੁੱਗੇ ਹੋਣ, ਤਾਂ ਸਿਰਫ 50 ਯੂਨਿਟਾਂ ਦਾ ਹੀ ਤੁਹਾਨੂੰ ਬਿੱਲ ਦੇਣਾ ਹੋਵੇ। एक अफवाह फैल गई थी कि शायद 2 किलोवाट 1 किलोवाट वाले माफ़ करेंगे। 31 दिसंबर से पहले जितने भी किलोवाट का आपका बिल है वो भी सारा माफ़ होगा। उसको हम मतलब बेवफ करने जा रहे हैं। 31 दिसंबर से पहले वाले बिल जिसके भी बिल हैं, वो 1 किलोवाट, 2 किलोवाट, 4 किलोवाट, 5 किलोवाट, वो बिल सारे माफ होंगे। बिजली माफी को लेकर जो पहले सवाल उठ रहे थे, आप लोग की घोषणा के बाद जो असी गारंटी दी सी 300 यूनिट पर मंथ फ्री बिजली दी, वो अज 1 जुलाई तो शुरू हो गई। तो मैं पंजाबियों नूं इस गल की वधाई देनी चाहना कि जे नीयत सच्ची होवे तो काम सारे ठीक होंदे ने। ते अज तो बाद जो तुसी बिजली इस्तेमाल करोगे ਉਹਦਾ कोई बिल नहीं आऊगा, जीरो बिल आऊगा। हाँ, हो सकता है जून का ਜਾਂ ਮਈ ਦਾ ਕੋਈ ਪੁਰਾਣਾ ਬਿੱਲ ਆ ਜੇ, ਪੁਰਾਣਾ, ਉਹਦੇ ਬਾਰੇ
ਮੈਂ ਇਹ ਕਹਿਣਾ ਚਾਹੁੰਦਾ। ਪਰ ਜੁਲਾਈ 1 ਤੋਂ ਬਾਅਦ ਜਿੰਨੀ ਵੀ ਬਿਜਲੀ ਇਸਤੇਮਾਲ ਕਰੋਗੇ ਤੁਹਾਨੂੰ ਕੋਈ ਬਿੱਲ ਨਹੀਂ ਆਊਗਾ। ਮੁਫਤ ਬਿਜਲੀ ਆਮ ਆਦਮੀ ਪਾਰਟੀ ਦੀ ਪਹਿਲੀ ਗਰੰਟੀ 1 ਜੁਲਾਈ ਤੋਂ ਰਸਮੀ ਤੌਰ ਤੇ ਲਾਗੂ ਕਰ ਦਿੱਤੀ ਗਈ ਹੈ ਤੇ ਹੁਣ 1 ਜੁਲਾਈ ਤੋਂ ਪੰਜਾਬ ਦੇ ਹਰ ਪਰਿਵਾਰ ਨੂੰ ਮੁਫਤ ਬਿਜਲੀ ਮਿਲਣੀ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਸ ਦਾ ਐਲਾਨ ਕੀਤਾ ਹੈ। ਸੀਐਮ ਮਾਨ ਨੇ ਪੰਜਾਬੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਹੈ ਕਿ ਸਾਡੀ ਸਰਕਾਰ ਨੇ ਪਹਿਲੀ ਗਰੰਟੀ ਪੂਰੀ ਕਰਕੇ ਨਵੀਂ ਪਿਰਤ ਪਾਈ ਹੈ। ਹਾਲਾਂਕਿ 1 ਮਹੀਨੇ ਦੀਆਂ 300 ਯੂਨਿਟਾਂ ਯਾਨੀ ਕਿ 2 ਮਹੀਨੇ ਬਾਅਦ ਆਉਣ ਵਾਲੇ ਬਿੱਲ ਦੀਆਂ 600 ਯੂਨਿਟਾਂ ਮੁਫਤ ਹੋਣਗੀਆਂ, ਪਰ ਇਸ ਲਈ ਸਰਕਾਰ ਨੇ ਕੁਝ ਸ਼ਰਤਾਂ ਰੱਖੀਆਂ ਨੇ। ਅਸਲ 'ਚ ਜਨਰਲ ਕੈਟਾਗਰੀ 'ਚ ਆਉਂਦੇ ਖਪਤਕਾਰਾਂ ਨੂੰ 2 ਮਹੀਨੇ 'ਚ 600 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ। ਪਰ ਟਵਿਸਟ ਇਹ ਹੈ ਕਿ ਜੇਕਰ 600 ਤੋਂ 1 ਵੀ ਯੂਨਿਟ ਜ਼ਿਆਦਾ ਹੁੰਦੀ ਹੈ ਤਾਂ ਖਪਤਕਾਰ ਨੂੰ ਮੁਫਤ 600 ਯੂਨਿਟਾਂ ਦਾ ਬਿੱਲ ਵੀ ਨਾਲ ਹੀ ਭਰਨਾ ਹੋਵੇਗਾ। ਇਸੇ ਤਰ੍ਹਾਂ 1 ਕਿਲੋਵਾਟ ਤੱਕ ਦੇ SCBC ਖਪਤਕਾਰਾਂ ਲਈ 600 ਯੂਨਿਟ ਮੁਫਤ ਬਿਜਲੀ ਹੋਵੇਗੀ, ਪਰ 600 ਤੋਂ ਜ਼ਿਆਦਾ ਖਰਚ ਹੋਣ ਵਾਲੀਆਂ ਯੂਨਿਟਾਂ ਤੇ ਉਹਨਾਂ ਨੂੰ ਸਿਰਫ ਵਾਧੂ ਯੂਨਿਟਾਂ ਦਾ ਬਿੱਲ ਹੀ ਭਰਨਾ ਹੋਵੇਗਾ। ਜਦਕਿ 1 ਕਿਲੋਵਾਟ ਤੋਂ ਜ਼ਿਆਦਾ ਲੋਡ ਵਾਲੇ SCBC ਪਰਿਵਾਰਾਂ ਨੂੰ 600 ਯੂਨਿਟਾਂ ਤੋਂ ਜ਼ਿਆਦਾ ਖਰਚ ਹੋਣ ਤੇ ਜਨਰਲ ਕੈਟਾਗਰੀ ਵਾਂਗੂ ਹੀ ਪੂਰਾ ਬਿੱਲ ਚੁਕਾਉਣਾ ਹੋਵੇਗਾ। ਇਸੇ ਤਰ੍ਹਾਂ ਇਨਕਮ ਟੈਕਸ ਭਰਨ ਵਾਲੇ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ ਵੀ 600 ਯੂਨਿਟ ਤੋਂ ਵਧਣ ਤੇ ਪੂਰਾ ਬਿੱਲ ਅਦਾ ਕਰਨਾ ਹੋਵੇਗਾ। ਕੁੱਲ ਮਿਲਾ ਕੇ ਕੋਈ ਵੀ ਪਰਿਵਾਰ ਹੋਵੇ, ਕਿਸੇ ਵੀ ਕੈਟਾਗਰੀ ਨਾਲ ਸੰਬੰਧਿਤ ਹੋਵੇ, ਉਸ ਨੂੰ 600 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ, ਪਰ ਉਸ ਤੋਂ ਉੱਪਰ ਖਪਤ ਹੋਣ ਤੇ ਉਹ ਬਿੱਲ ਭਰਨ ਲਈ ਤਿਆਰ ਰਹਿਣ। ਉਧਰ ਮੁਫਤ ਬਿਜਲੀ ਤੇ ਸਿਆਸਤ ਵੀ ਭਖ ਗਈ ਹੈ। ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਇਸ ਨੂੰ ਪੰਜਾਬੀਆਂ ਨਾਲ ਧੋਖਾਧੜੀ ਕਰਾਰ ਦਿੱਤਾ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ 300 ਯੂਨਿਟ ਤੱਕ ਬਿਜਲੀ ਦੀ ਗਰੰਟੀ ਪੂਰੀ ਕਰੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਜੁਲਾਈ ਦੇ ਮਹੀਨੇ ਦੀ ਸ਼ੁਰੂਆਤ ਹੋਈ ਹੈ ਤੇ ਜੁਲਾਈ ਦੇ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਇੱਕ ਵੱਡੀ ਖੁਸ਼ਖਬਰੀ ਤਾਂ ਜ਼ਰੂਰ ਪੰਜਾਬ ਦੇ ਲੋਕਾਂ ਦੇ ਲਈ ਆਈ। ਬਿੱਲਾਂ ਦੇ ਉੱਤੇ ਲਕੀਰ ਮਾਰ ਦਿੱਤੀ ਗਈ। ਖੈਰ, ਬਿੱਲਾਂ ਦੇ ਉੱਤੇ ਲਕੀਰ ਮਾਰੀ ਗਈ ਹੈ। 2 ਵੱਡੀਆਂ ਅਹਿਮ ਖੁਸ਼ਖਬਰੀਆਂ ਸੀ। ਪਹਿਲੀ 300 ਯੂਨਿਟ ਮਾਫ। 300 ਯੂਨਿਟ ਮਾਫ ਜੋ ਅਸੀਂ ਤਫਸੀਲ ਦੇ ਨਾਲ ਤੁਹਾਨੂੰ ਦੱਸਿਆ ਕਿ ਜੇਕਰ ਤੁਸੀਂ 300 ਯੂਨਿਟ ਦਾ ਇਸਤੇਮਾਲ ਕਰਦੇ ਹੋ, ਹੁਣ ਫਿਰ ਤੁਹਾਡੇ ਘਰ ਦੇ ਵਿੱਚ ਕਿੰਨੇ ਕਿਲੋਵਾਟ ਦਾ ਕਨੈਕਸ਼ਨ ਹੈ, ਤੁਸੀਂ ਕਿਹੜੀ ਕੈਟਾਗਰੀ ਦੇ ਨਾਲ ਸੰਬੰਧਿਤ ਹੋ, ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। 300 ਯੂਨਿਟ ਜੇਕਰ ਤੁਸੀਂ ਖਰਚ ਕੀਤੇ, 300 ਤੋਂ ਘੱਟ ਹੋਏ ਤਾਂ ਫਿਰ ਬਿੱਲ ਮਾਫ ਹੋਏਗਾ ਤੁਹਾਡਾ। 300 ਯੂਨਿਟ ਤੁਹਾਨੂੰ ਬਿਜਲੀ ਦੇ ਬਿੱਲ ਮਾਫ ਹੋਣਗੇ। ਤੇ ਉਸ ਤੋਂ ਬਾਅਦ ਦੂਜੀ ਗੱਲ, ਜਿਹੜੀ ਦੂਜੀ ਅਹਿਮ ਖੁਸ਼ਖਬਰੀ ਹੈ, 31 ਦਸੰਬਰ 2021 ਤੱਕ ਜਿਹੜੇ ਪੈਂਡਿੰਗ ਬਿੱਲ ਨੇ, ਜਿਹੜੇ ਬਕਾਇਆ ਬਿੱਲ ਨੇ, ਉਹ ਵੀ ਮਾਫ ਕਰ ਦਿੱਤੇ ਗਏ ਨੇ। ਤਾਂ ਜਿਹੜਾ ਲੰਬਾ ਚੌੜਾ ਬਿੱਲ ਆ ਰਿਹਾ ਸੀ, ਮੈਂ ਵਾਰ-ਵਾਰ ਤੁਹਾਨੂੰ ਜ਼ਿਕਰ ਕਰ ਰਿਹਾ ਕਿ ਜਿਹੜਾ 31 ਦਸੰਬਰ ਤੱਕ ਦੇ ਨੇ, 31 ਦਸੰਬਰ ਤੱਕ ਦੇ ਜਿਹੜੇ ਬਿੱਲ ਨੇ ਉਹ ਮਾਫ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਵਾਲੇ ਬਿੱਲ ਆਪਾਂ ਨੂੰ ਸਾਰਿਆਂ ਨੂੰ ਭਰਨੇ ਹੋਣਗੇ। ਤੇ ਉਸ ਤੋਂ ਪਹਿਲਾਂ ਵਾਲੇ ਬਿੱਲ ਜੇਕਰ ਕਿਸੇ ਵਜ੍ਹਾ ਦੇ ਨਾਲ ਕਈ ਆਰਥਿਕ ਤੌਰ ਦੇ ਉੱਤੇ ਦਿੱਕਤ ਹੋ ਜਾਂਦੀ ਹੈ, ਖਾਸ ਤੌਰ ਤੇ ਪਿਛਲੇ 1.5-2 ਸਾਲ ਕਰੋਨਾ ਦੀ ਵਜ੍ਹਾ ਦੇ ਨਾਲ ਲੋਕਾਂ ਦੇ ਰੋਜ਼ਗਾਰ ਨੂੰ ਲੈ ਕੇ ਬਹੁਤ ਚਿੰਤਾ ਵਾਲੀ ਗੱਲ ਰਹੀ, ਦਿੱਕਤ ਰਹੀ। ਤਾਂ ਇਸ ਕਰਕੇ ਜੇ ਤੁਸੀਂ ਕਰੋਨਾ ਕਾਲ ਦੇ ਦੌਰਾਨ 2-4-6 ਮਹੀਨੇ ਬਿੱਲ ਨਹੀਂ ਭਰ ਸਕੇ ਸੀ, ਉਹ ਤੁਹਾਡੇ ਬਕਾਇਆ ਬੋਲਦਾ ਅੱਜ ਵੀ ਬਿੱਲ ਦੇ ਵਿੱਚ, ਤਾਂ ਫਿਰ 31 ਦਸੰਬਰ ਤੋਂ ਪਹਿਲਾਂ ਹੋਏਗਾ ਉਹ ਮਾਫ ਹੋ ਗਿਆ। ਜੇਕਰ ਤੁਸੀਂ 2-4-6 ਮਹੀਨੇ ਬਿੱਲ ਨਹੀਂ ਭਰਿਆ ਸੀ, ਉਸ ਦੀ ਵਜ੍ਹਾ ਨਾਲ ਕਨੈਕਸ਼ਨ ਕੱਟਿਆ ਗਿਆ, ਤਾਂ ਹੁਣ ਤੁਸੀਂ ਕਨੈਕਸ਼ਨ ਦੀਆਂ ਤਾਰਾਂ ਮੁੜ ਤੋਂ ਜੁੜਵਾ ਸਕਦੇ ਹੋ। 31 ਦਸੰਬਰ ਵਾਲਾ ਜਾਂ ਉਸ ਤੋਂ ਪਹਿਲਾਂ ਵਾਲਾ ਬਿੱਲ ਤਾਂ ਤੁਹਾਡਾ ਮਾਫ ਹੋ ਗਿਆ, ਉਸ ਤੋਂ ਬਾਅਦ ਵਾਲਾ ਬਿੱਲ ਤੁਹਾਨੂੰ ਜ਼ਰੂਰ ਭਰਨਾ ਹੋਏਗਾ। ਖੈਰ, ਲੋਕਾਂ ਤੱਕ ਇਹ ਸਹੂਲਤ ਲਾਜ਼ਮੀ ਤੌਰ ਤੇ ਪਹੁੰਚੇਗੀ ਔਰ ਇਹ ਸਰਕਾਰ ਦੇ ਵੱਲੋਂ ਦਾਅਵਾ ਕੀਤਾ ਗਿਆ।